ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਪੰਜਾਬਣ ਨਾਲ ਵੱਡਾ ਧੋਖਾ, ਛੱਡਣਾ ਪਵੇਗਾ ਕੈਨੇਡਾ, ਜਾਲੀ ਐਡਮਿਸ਼ਨ ਲੈਟਰ ਦੇਣ ਦਾ ਹੈ ਮਾਮਲਾ। ਕੈਨੇਡਾ ਵੱਲੋਂ ਵੱਧ ਭਾਰਤੀਆਂ ਨੂੰ ਪੀਆਰ ਜਾਰੀ, ਭਾਰਤੀਆਂ ਨੇ ਤੋੜੇ ਇਮੀਗ੍ਰੇਸ਼ਨ ਦੇ ਰਿਕਾਰਡ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਟੁੱਟਾ ਰਿਕਾਰਡ, 5 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਕੀਤਾ ਗਿਆ ਸਵਾਗਤ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀਆਂ ਦਾ ਖੁੱਲ੍ਹਾ ਰਾਹ, ਹੁਣ ਮਿਲ ਰਹੀਆਂ ਨੇ ਵੱਧ ਨੌਕਰੀਆਂ। ਪੰਜਾਬਣ ਦੇ ਨਾਲ ਧੋਖਾ ਹੋਇਆ, ਜਿਸ ਦਾ ਨਤੀਜਾ ਇਹ ਹੈ ਕਿ ਹੁਣ ਇਸ ਪੰਜਾਬਣ ਨੂੰ ਕੈਨੇਡਾ ਛੱਡਣਾ ਪਵੇਗਾ। ਦਰਅਸਲ ਜਾਲੀ ਐਡਮਿਸ਼ਨ ਦੇ ਸਰਟੀਫਿਕੇਟ ਦਿਖਾਉਣ ਦਾ ਇਹ ਮਾਮਲਾ ਹੈ। ਪੰਜਾਬਣ ਨੂੰ ਨਹੀਂ ਪਤਾ ਸੀ ਕਿ ਉਸ ਕੋਲ ਇਹ ਜਿਹੜੇ ਡਾਕੂਮੈਂਟਸ ਨੇ ਉਹ ਨਕਲੀ ਹਨ, ਪਰ ਜਦੋਂ ਉਸਨੇ ਪੀਆਰ ਲਈ ਅਪਲਾਈ ਕੀਤਾ ਤਾਂ ਉਸਨੂੰ ਸਾਰੇ ਮਾਮਲੇ ਬਾਰੇ ਪਤਾ ਚੱਲਿਆ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਇਸ ਪੰਜਾਬੀ ਮੂਲ ਦੀ ਲੜਕੀ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਪੰਜਾਬੀ ਮੂਲ ਦੀ ਲੜਕੀ ਨੇ ਕੈਨੇਡਾ ਵਿੱਚ ਇੱਕ ਜਾਲੀ ਕੰਮ ਕੀਤਾ, ਜਿਸ ਤੋਂ ਬਾਅਦ ਹੁਣ ਉਸਨੂੰ ਕੈਨੇਡਾ ਛੱਡਣਾ ਪਵੇਗਾ। ਦਰਅਸਲ ਇਸ ਪੰਜਾਬੀ ਲੜਕੀ ਵੱਲੋਂ ਕਾਲਜ ਵਿੱਚ ਨਕਲੀ ਐਡਮਿਸ਼ਨ ਲੈਟਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਇਸ ਲੜਕੀ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ। ਇਹ ਲੜਕੀ ਐਡਮਿੰਟਨ ਦੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ, ਜਿਸ ਨੂੰ ਕੈਨੇਡਾ ਤੋਂ ਵਾਪਸ ਜਾਣਾ ਪੈ ਸਕਦਾ ਹੈ। 25 ਸਾਲ ਦੀ ਕਮਰਜੀਤ ਕੌਰ ਨੇ ਫੈਡਰਲ ਸਰਕਾਰ ਵੱਲੋਂ ਉਸਨੂੰ ਕੈਨੇਡਾ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ ਦਾ ਜੁਡੀਸ਼ੀਅਲ ਰਿਵਿਊ ਕਰਵਾਇਆ ਸੀ, ਪਰ ਫੈਸਲਾ ਉਸਦੇ ਪੱਖ ਵਿੱਚ ਨਹੀਂ ਆਇਆ। ਦੱਸ ਦਈਏ ਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਨੇ ਨਕਲੀ ਐਡਮਿਸ਼ਨ ਲੈਟਰ ਦੇ ਮਾਮਲੇ ਵਿੱਚ ਕਰਮਜੀਤ ਨੂੰ ਕੈਨੇਡਾ ਤੋਂ ਵਾਪਸ ਭੇਜੇ ਜਾਣ ਦਾ ਫੈਸਲਾ ਲਿਆ ਸੀ। ਕਰਮਜੀਤ ਨੂੰ ontario ਦੇ ਜਿਸ ਕਾਲਜ ਵਿੱਚ ਐਡਮਿਸ਼ਨ ਲੈਟਰ ਦੇ ਆਧਾਰ ਤੇ ਸਟੱਡੀ ਪਰਮਿਟ ਮਿਲਿਆ ਸੀ, ਉਹ ਲੈਟਰ ਜਾਲੀ ਨਿਕਲਿਆ। ਕਰਮਜੀਤ ਨੇ ਇਹ ਪੱਤਰ ਇੱਕ ਪ੍ਰਾਈਵੇਟ ਇਮੀਗ੍ਰੇਸ਼ਨ ਏਜੰਟ ਦੁਆਰਾ ਹਾਸਲ ਕੀਤਾ। ਇਸ ਲੜਕੀ ਦਾ ਕਹਿਣਾ ਹੈ ਕਿ ਉਸਨੂੰ ਇਹ ਗੱਲ ਪਿਛਲੇ ਸਾਲ ਆਪਣੀ ਪੀਆਰ ਦੀ ਅਰਜ਼ੀ ਦੇਣ ਸਮੇਂ ਪਤਾ ਲੱਗੀ, ਪਰ ਇਮੀਗ੍ਰੇਸ਼ਨ ਬੋਰਡ ਦਾ ਕਹਿਣਾ ਹੈ ਕਿ ਇਸ ਗੱਲ ਦੀ ਜ਼ਿੰਮੇਵਾਰੀ ਕਰਮਜੀਤ ਦੀ ਬਣਦੀ ਸੀ ਕਿ ਉਹ ਸੁਨਿਸ਼ਚਿਤ ਕਰਦੀ ਕਿ ਉਸਦਾ ਦਾਖਲਾ ਅਸਲ ਹੈ ਜਾਂ ਫਿਰ ਨਹੀਂ। ਕਰਮਜੀਤ ਨੇ ਇਸ ਫੈਸਲੇ ਦੇ ਜੁਡੀਸ਼ੀਅਲ ਰਿਵਿਊ ਦੀ ਮੰਗ ਕੀਤੀ ਸੀ, ਪਰ ਫੈਡਰਲ ਕੋਰਟ ਦੀ ਜੱਜ ਵੱਲੋਂ ਇਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਇਮੀਗ੍ਰੇਸ਼ਨ ਬੋਰਡ ਦੇ ਫੈਸਲੇ ਨੂੰ ਸਹੀ ਦੱਸਿਆ ਗਿਆ। ਜੱਜ ਦਾ ਕਹਿਣਾ ਹੈ ਕਿ ਬਿਨੇਕਾਰ ਨੇ ਇੱਕ ਇਮੀਗ੍ਰੇਸ਼ਨ ਏਜੰਟ ਤੇ ਭਰੋਸਾ ਕੀਤਾ ਤੇ ਉਸ ਨਾਲ ਧੋਖਾ ਹੋ ਗਿਆ, ਪਰ ਫਿਰ ਵੀ ਇਹ ਸਥਿਤੀ ਬਿਨੇਕਾਰ ਨੂੰ ਗਲਤ ਡਾਕੂਮੈਂਟ ਦਾਖਲ ਕਰਨ ਦੇ ਨਤੀਜਿਆਂ ਤੋਂ ਨਹੀਂ ਬਚਾ ਸਕਦੀ। ਇੱਥੇ ਦੱਸ ਦਈਏ ਕਿ ਕਰਮਜੀਤ ਨਾਲ ਅਜਿਹਾ ਹਾਦਸਾ ਵਾਪਰਿਆ ਸੀ ਜਿੱਥੇ ਉਸੇ ਸਰੀਰ ਦੇ ਸੱਜੇ ਹਿੱਸੇ ਵਿੱਚ ਖੂਨ ਦਾ ਸੰਚਾਰ ਘਟ ਗਿਆ ਤੇ ਉਸਦੀ ਸੱਜੀ ਬਾਂਹ ਤੇ ਲੱਤ ਹਿਲਾਉਣੀ ਮੁਸ਼ਕਿਲ ਸੀ। ਕਰਮਜੀਤ ਕਹਿੰਦੀ ਹੈ ਕਿ ਅਪਾਹਜ ਹੋਣ ਦੇ ਕਰਕੇ ਉਸ ਨਾਲ ਵਿਤਕਰਾ ਹਮੇਸ਼ਾ ਤੋਂ ਹੁੰਦਾ ਰਿਹਾ। ਘਰਦਿਆਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਫੈਸਲਾ ਲਿਆ। ਕਰਮਜੀਤ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਕਰਮਜੀਤ ਦੇ ਮਾਤਾ-ਪਿਤਾ ਪੜ੍ਹੇ ਲਿਖੇ ਨਹੀਂ ਹਨ ਅਤੇ ਪਰਿਵਾਰ ਕੋਲ ਕੰਪਿਊਟਰ ਨਹੀਂ ਸੀ ਤੇ ਉਹਨਾਂ ਵੱਲੋਂ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਬਹੁਤ ਘੱਟ ਜਾਣਕਾਰੀ ਸੀ। ਏਜੰਟ ਦੁਆਰਾ ਸਾਲ 2018 ਵਿੱਚ ਕਰਮਜੀਤ ਨੂੰ ਟੋਰਾਂਟੋ ਦੇ ਸੈਨਿਕਾ ਸਕੂਲ ਤੋਂ ਆਫਰ ਲੈਟਰ ਦਿੱਤਾ ਗਿਆ। ਜਦੋਂ ਕਰਮਜੀਤ ontario ਪਹੁੰਚੀ ਤਾਂ ਉਸਦੇ ਏਜੰਟ ਨੇ ਉਸਨੂੰ ਕਾਲਜ ਵਿੱਚ ਪਲੇਸਮੈਂਟ ਨਾ ਹੋਣ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖਲੇ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਕਰਮਜੀਤ ਨੇ ਐਡਮਿੰਟਨ ਦੇ ਕਾਲਜ ਵਿੱਚ ਦਾਖਲਾ ਲੈ ਲਿਆ। ਸਾਲ 2021 ਵਿੱਚ ਕਰਮਜੀਤ ਪੀਆਰ ਲਈ ਅਪਲਾਈ ਕਰ ਰਹੀ ਸੀ ਤਾਂ ਉਸਨੂੰ ਪਤਾ ਚੱਲਿਆ ਕਿ ਉਸਦਾ ਐਡਮਿਸ਼ਨ ਲੈਟਰ ਹੀ ਨਕਲੀ ਹੈ। ਕੈਨੇਡਾ ਵੱਲੋਂ ਕਾਫੀ ਲੋਕਾਂ ਨੂੰ ਪੀਆਰ ਦੇ ਸੱਦੇ ਜਾਰੀ ਕੀਤੇ ਗਏ। ਪਹਿਲਾ ਨੰਬਰ ਭਾਰਤੀਆਂ ਨੇ ਹਾਸਿਲ ਕੀਤਾ। ਵੱਧ ਭਾਰਤੀਆਂ ਨੂੰ ਕੈਨੇਡਾ ਵਿੱਚ ਪੀਆਰ ਹਾਸਿਲ ਹੋਈ ਹੈ, ਜਿਸ ਬਾਰੇ IRCC ਵੱਲੋਂ ਦੱਸਿਆ ਗਿਆ। ਕੈਨੇਡਾ ਵਿੱਚ ਕਿਹੜੇ ਦੇਸ਼ ਤੋਂ ਸਭ ਤੋਂ ਵੱਧ ਇਮੀਗ੍ਰੈਂਟਸ ਆਏ ਨੇ, ਇਸ ਬਾਰੇ IRCC ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ 10 ਸੋਰਸ ਕੰਟਰੀਜ਼ ਦੇ ਬਾਰੇ ਦੱਸਿਆ ਹੈ। ਦੱਸ ਦਈਏ ਕਿ ਸਾਲ 2022 ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 4,37,120 ਪੀਆਰ ਦਾ ਸਵਾਗਤ ਕੀਤਾ ਗਿਆ। ਇਹ ਅੰਕੜਾ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ। ਤਾਜ਼ਾ ਅੰਕੜੇ ਦੱਸਦੇ ਨੇ ਕਿ ਸਾਲ 2021 ਦੀ ਤੁਲਨਾ ਦੇ ਵਿੱਚ ਇਹ ਗਿਣਤੀ ਕਾਫੀ ਵੱਧ ਗਈ ਹੈ, ਜਿੱਥੇ ਵੱਧ ਪੀਆਰ ਦਾ ਸਵਾਗਤ ਕੀਤਾ ਗਿਆ। ਹੁਣ ਵੀ ਜੋ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਉਸ ਮੁਤਾਬਕ ਵੀ ਹੋਰ ਜ਼ਿਆਦਾ ਪੀਆਰ ਦਾ ਸਵਾਗਤ ਕੈਨੇਡਾ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਹੀ IRCC ਵੱਲੋਂ ਦੱਸਿਆ ਗਿਆ ਕਿ ਕਿਹੜੇ ਮਹੀਨੇ ਕਿੰਨੇ ਪੀਆਰ ਕੈਨੇਡਾ ਵਿੱਚ ਆਏ। ਜਨਵਰੀ ਦੌਰਾਨ 35,450, ਫਰਵਰੀ ਦੌਰਾਨ 37,360, ਮਾਰਚ 40,985, ਅਪ੍ਰੈਲ 36,365, ਮਈ 37,985, ਜੂਨ 43,940, ਜੁਲਾਈ 43,330, ਅਗਸਤ 34,135, ਸਤੰਬਰ 34,645, ਅਕਤੂਬਰ 33,625, ਨਵੰਬਰ 25,970, ਦਸੰਬਰ 23,340 ਪੀਆਰ ਕੈਨੇਡਾ ਵਿੱਚ ਆਏ ਨੇ।
ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਪੀਆਰ ਭਾਰਤ ਤੋਂ ਆਏ ਜਿਨ੍ਹਾਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਨੰਬਰ ਚੀਨ ਦਾ ਆਇਆ ਤੇ ਬਾਅਦ ਵਿੱਚ ਬਾਕੀ ਦੇਸ਼ਾਂ ਬਾਰੇ ਵੀ ਅੰਕੜਾ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਸਾਲ 2022 ਦੌਰਾਨ 75,000 ਦੇ ਕਰੀਬ ਰਿਫਿਊਜੀ ਵੀ ਕੈਨੇਡਾ ਵਿੱਚ ਲਿਆ ਕੇ ਸੈਟਲ ਕੀਤੇ ਗਏ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰਿਕਾਰਡ ਟੁੱਟਾ, ਜਦੋਂ 5 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। IRCC ਵੱਲੋਂ ਅੰਕੜਾ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਸਾਲ ਦੇ ਵਿੱਚ 5 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆਏ ਨੇ। ਇਹਨਾਂ ਵਿੱਚ ਸਭ ਤੋਂ ਜ਼ਿਆਦਾਤਰ ਵਿਦਿਆਰਥੀਆਂ ਦੀ ਗਿਣਤੀ ਭਾਰਤ ਦੇ ਨਾਲ ਜੁੜੀ ਹੋਈ ਦੱਸੀ ਗਈ। ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਵਾਗਤ ਦਾ ਰਿਕਾਰਡ ਤੋੜਿਆ ਗਿਆ। ਇੱਕ ਸਾਲ ਵਿੱਚ 5 ਲੱਖ ਤੋਂ ਵੱਧ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਸਾਲ 2022 ਦੇ ਬਾਰੇ ਇੱਕ ਅੰਕੜਾ ਸਾਂਝਾ ਕੀਤਾ ਗਿਆ, ਜਿਸ ਤੋਂ ਇਸ ਬਾਰੇ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇਸ ਨਵੇਂ ਡਾਟਾ ਦੇ ਮੁਤਾਬਕ ਸਾਲ 2022 ਦੌਰਾਨ 184 ਦੇਸ਼ਾਂ ਵਿੱਚੋਂ 5,51,405 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ, ਜਿਸ ਬਾਰੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅੰਕੜਾ ਜਾਰੀ ਕੀਤਾ ਗਿਆ। 31 ਦਸੰਬਰ ਸਾਲ 2022 ਤੱਕ ਇਹ ਵੀ ਅੰਕੜਾ ਜਾਰੀ ਕੀਤਾ ਗਿਆ ਕਿ 8,07,750 ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟ ਹੋਲਡਰ ਨੇ। ਸਾਲ 2021 ਦੇ ਵਿੱਚ ਕੁੱਲ 4,44,260 ਸਟੱਡੀ ਪਰਮਿਟ ਜਾਰੀ ਕੀਤੇ ਗਏ। ਪਿਛਲੇ ਸਾਲ ਦੀ ਤੁਲਨਾ ਵਿੱਚ ਇਹ ਅੰਕੜਾ ਵੱਧ ਦੱਸਿਆ ਗਿਆ, ਜਿਸ ਦਾ ਮਤਲਬ ਹੈ ਕਿ ਸਾਲ 2019 ਦੇ ਵਿੱਚ 4,06,000 ਸਟੱਡੀ ਪਰਮਿਟ ਕੈਨੇਡਾ ਵੱਲੋਂ ਦਿੱਤੇ ਗਏ ਸਨ। ਸਾਲ 2019 ਦੌਰਾਨ 6,37,860 ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਸਨ। ਪਹਿਲਾਂ ਦੇ ਮੁਕਾਬਲੇ ਇਹ ਅੰਕੜਾ ਕਾਫੀ ਵੱਧ ਦੱਸਿਆ ਗਿਆ। ਸਾਲ 2020 ਦੇ ਵਿੱਚ ਇਹ ਅੰਕੜਾ ਹੇਠਾਂ ਆਇਆ, ਕਿਉਂਕਿ ਉਸ ਦੌਰਾਨ ਕੋਰੋਨਾ ਪੈਂਡੈਮਿਕ ਨੂੰ ਦੇਖਦਿਆਂ ਕਾਫੀ ਸਖਤੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਦੇਸ਼ ਤੋਂ ਆਏ ਨੇ। 10 ਦੇਸ਼ਾਂ ਦੇ ਨਾਮ ਜਾਰੀ ਕੀਤੇ ਗਏ, ਜਿੱਥੋਂ ਜ਼ਿਆਦਾ ਗਿਣਤੀ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਭਾਰਤ ਤੋਂ 2,26,450, ਚੀਨ ਤੋਂ 52,165, ਫਿਲੀਪੀਨਸ ਤੋਂ 23,380, ਫਰਾਂਸ ਤੋਂ 16,725, ਨਾਈਜੀਰੀਆ ਤੋਂ 16,195, ਈਰਾਨ ਤੋਂ 13,525, ਰਿਪਬਲਿਕ ਆਫ ਕੋਰੀਆ ਤੋਂ 11,535, ਜਾਪਾਨ ਤੋਂ 10,955, ਮੈਕਸੀਕੋ ਤੋਂ 10,405, ਬ੍ਰਾਜ਼ੀਲ ਤੋਂ 10,405 ਵਿਦਿਆਰਥੀਆਂ ਦਾ ਇੱਕ ਸਾਲ ਵਿੱਚ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਸਟੱਡੀ ਪਰਮਿਟ ਦੇ ਬਾਰੇ ਜੋ ਅੰਕੜਾ ਜਾਰੀ ਕੀਤਾ ਗਿਆ, ਉੱਥੇ ਵੀ ਭਾਰਤ ਦਾ ਨੰਬਰ ਪਹਿਲੇ ਤੇ ਆਇਆ ਹੈ। 31 ਦਸੰਬਰ 2022 ਤੱਕ ਜੋ ਅੰਕੜਾ ਜਾਰੀ ਕੀਤਾ ਗਿਆ, ਉਸ ਮੁਤਾਬਕ ਮੌਜੂਦਾ ਸਮੇਂ ਭਾਰਤ ਦੇ 3,19,130 ਵਿਦਿਆਰਥੀ ਕੈਨੇਡਾ ਵਿੱਚ ਰਹਿ ਰਹੇ ਨੇ ਤੇ 10ਵੇਂ ਨੰਬਰ ਤੇ ਯੂਨਾਈਟਿਡ ਸਟੇਟਸ ਦਾ ਨਾਮ ਹੈ, ਜਿੱਥੇ 14,485 ਵਿਦਿਆਰਥੀ ਕੈਨੇਡਾ ਵਿੱਚ ਰਹਿ ਰਹੇ ਹਨ। ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਓਨਟਾਰੀਓ ਸੂਬਾ ਬਣਿਆ ਹੋਇਆ ਹੈ, ਜਿੱਥੇ 4,11,000 ਵਿਦਿਆਰਥੀ ਆਏ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 1,64,000, ਕਿਊਬੈਕ ਵਿੱਚ 93,000, ਅਲਬਰਟਾ ਵਿੱਚ 43,000, ਮੈਨੀਟੋਬਾ ਵਿੱਚ 22,000, ਨੋਵਾ ਸਕੋਸ਼ੀਆ ਵਿੱਚ 20,850, ਸਸਕੈਚੁਆਨ ਵਿੱਚ 13,135, ਨਿਊ ਬਰਨਸਵਿਕ ਵਿੱਚ 11,140, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ 6,175, ਪ੍ਰਿੰਸ ਐਡਵਰਡ ਆਈਲੈਂਡ ਵਿੱਚ 4,485 ਵਿਦਿਆਰਥੀ ਆ ਕੇ ਰਹਿ ਰਹੇ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਧ ਨੌਕਰੀਆਂ ਮਿਲ ਰਹੀਆਂ ਨੇ। ਨੌਕਰੀਆਂ ਦੇ ਬਾਰੇ ਇਸ ਹਫ਼ਤੇ ਜੋ ਚੰਗੀ ਖਬਰ ਸਾਹਮਣੇ ਆਈ, ਉਸ ਵਿੱਚ ਖਾਸ ਤੌਰ ਦੇ ਉੱਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜ਼ਿਕਰ ਹੋਇਆ ਹੈ। ਬਹੁਤੇ ਵਿਦਿਆਰਥੀਆਂ ਨੂੰ ਹੁਣ ਨੌਕਰੀਆਂ ਮਿਲ ਰਹੀਆਂ ਨੇ। ਇਸ ਦੇ ਪਿੱਛੇ ਵੀ ਕਾਰਨ ਹੈ ਕਿ ਪਹਿਲਾਂ ਜੋ IRCC ਵੱਲੋਂ ਐਲਾਨ ਕੀਤਾ ਗਿਆ ਸੀ ਕਿ ਵਿਦਿਆਰਥੀਆਂ ਦੇ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਹੈ, ਉਸ ਨੂੰ ਹਟਾਇਆ ਜਾਵੇ, ਜਿਸ ਤੋਂ ਬਾਅਦ ਵੱਧ ਸਟੱਡੀ ਪਰਮਿਟ ਵਾਲੇ ਵੀ ਨੌਕਰੀਆਂ ਹਾਸਲ ਕਰ ਰਹੇ ਨੇ। ਮੌਜੂਦਾ ਸਮੇਂ ਜਿਹੜੇ ਕੈਨੇਡਾ ਵਿੱਚ ਵਰਕ ਅਤੇ ਸਟੱਡੀ ਪਰਮਿਟ ਤੇ ਗਏ ਹੋਏ ਨੇ, ਉਹਨਾਂ ਨੂੰ ਜ਼ਿਆਦਾ ਨੌਕਰੀਆਂ ਮਿਲ ਰਹੀਆਂ ਨੇ। ਨੌਕਰੀਆਂ ਬਾਰੇ ਜੋ ਅੰਕੜਾ ਸਾਂਝਾ ਕੀਤਾ ਗਿਆ, ਉਸ ਤੋਂ ਇਸ ਬਾਰੇ ਖੁਲਾਸਾ ਹੋਇਆ। ਜੀ ਹਾਂ, ਜਨਵਰੀ ਮਹੀਨੇ ਦੇ ਅੰਕੜੇ ਦੱਸਦੇ ਨੇ ਕਿ ਆਰਥਿਕਤਾ ਵਿੱਚ 1,50,000 ਦੇ ਕਰੀਬ ਨਵੀਆਂ ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ ਨੇ। ਅਜਿਹਾ ਵਾਧਾ ਕਾਫੀ ਲੰਬੇ ਸਮੇਂ ਤੋਂ ਬਾਅਦ ਦੇਖਣ ਨੂੰ ਮਿਲਿਆ। ਜ਼ਿਆਦਾਤਰ 25 ਤੋਂ 54 ਸਾਲ ਦੀ ਉਮਰ ਵਾਲਿਆਂ ਨੂੰ ਨੌਕਰੀ ਮਿਲ ਰਹੀ ਹੈ ਤੇ ਇਹਨਾਂ ਵਿੱਚ ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਕੋਲ ਮੌਜੂਦਾ ਸਮੇਂ ਕੈਨੇਡਾ ਵਿੱਚ ਸਟੱਡੀ ਜਾਂ ਫਿਰ ਵਰਕ ਪਰਮਿਟ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦਰ ਵੀ 5% ਦੇ ਉੱਪਰ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਸਾਲ 2022 ਦੇ ਆਖਿਰ ਵਿੱਚ ਬੇਰੁਜ਼ਗਾਰੀ ਦਰ 5.96% ਦੱਸੀ ਜਾ ਰਹੀ ਸੀ। ਹੁਣ ਜੋ ਵਰਕ ਪਰਮਿਟ ਵਾਲਿਆਂ ਨੂੰ ਜਾਂ ਫਿਰ ਸਟੱਡੀ ਪਰਮਿਟ ਵਾਲਿਆਂ ਨੂੰ ਵੱਧ ਨੌਕਰੀਆਂ ਮਿਲੀਆਂ ਨੇ, ਇਸ ਦੇ ਪਿੱਛੇ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਸੀ ਕਿ ਜਿਹੜੇ ਸਟੱਡੀ ਪਰਮਿਟ ਦੇ ਉੱਪਰ ਕੈਨੇਡਾ ਵਿੱਚ ਨੇ, ਉਹਨਾਂ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਹੈ, ਉਸ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਕਦਮ ਲੇਬਰ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਚੁੱਕਿਆ ਗਿਆ, ਜਿਸ ਦੇ ਨਤੀਜੇ ਦੇਖਣ ਨੂੰ ਮਿਲੇ ਕਿ ਹੁਣ ਜ਼ਿਆਦਾ
ਘੰਟਿਆਂ ਤੱਕ ਜਿਹੜੇ ਸਟੱਡੀ ਪਰਮਿਟ ਵਾਲੇ ਨੇ ਉਹ ਕੰਮ ਕਰ ਸਕਦੇ ਨੇ ਤੇ ਉਹਨਾਂ ਵਿੱਚ ਜ਼ਿਆਦਾ ਨੌਕਰੀਆਂ ਵੀ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਖੇਤਰ ਦੇ ਵਿੱਚ ਕਿੰਨੀਆਂ ਨੌਕਰੀਆਂ ਦਰਜ ਕੀਤੀਆਂ ਗਈਆਂ। ਪ੍ਰੋਫੈਸ਼ਨਲ ਸਾਇੰਟੀਫਿਕ ਤੇ ਟੈਕਨੀਕਲ ਸਰਵਿਸਿਜ਼ ਵਿੱਚ 10,000 ਤੋਂ ਵੱਧ ਲੋਕਾਂ ਨੂੰ ਹਾਇਰ ਕੀਤਾ ਗਿਆ। ਰੀਟੇਲ ਟ੍ਰੇਡ ਵਿੱਚ 9,000 ਤੋਂ ਵੱਧ, ਅਕੋਮੋਡੇਸ਼ਨ ਤੇ ਫੂਡ ਸਰਵਿਸ ਵਿੱਚ 8,000 ਤੋਂ ਵੱਧ, ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਵਿੱਚ 7,000 ਤੋਂ ਵੱਧ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਲ 2023 ਦੀ ਸ਼ੁਰੂਆਤ ਵਿੱਚ ਹੀ ਕਾਫੀ ਸੈਕਟਰਸ ਵਿੱਚ ਵੱਧ ਨੌਕਰੀਆਂ ਦਰਜ ਕੀਤੀਆਂ ਗਈਆਂ। ਹੋਲਸੇਲ ਐਂਡ ਰੀਟੇਲ ਟ੍ਰੇਡ ਵਿੱਚ 60,000 ਦੇ ਕਰੀਬ ਨੌਕਰੀਆਂ, ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਵਿੱਚ 40,000 ਦੇ ਕਰੀਬ, ਐਜੂਕੇਸ਼ਨਲ ਸਰਵਿਸਿਜ਼ ਵਿੱਚ 18,000, ਕੰਸਟਰਕਸ਼ਨ 16,000 ਤੇ ਬਾਕੀ ਸਰਵਿਸਿਜ਼ ਵਿੱਚ 16,000 ਦੇ ਕਰੀਬ ਨੌਕਰੀਆਂ ਨੂੰ ਭਰਿਆ ਗਿਆ ਹੈ। ਸਭ ਤੋਂ ਵੱਧ ਨੌਕਰੀਆਂ ਓਨਟਾਰੀਓ ਸੂਬੇ ਵਿੱਚ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਕਿਊਬੈਕ, ਐਲਬਰਟਾ, ਨੋਵਾ ਸਕੋਸ਼ੀਆ ਤੇ ਸਸਕੈਚੁਆਨ ਦਾ ਨੰਬਰ ਆਉਂਦਾ ਹੈ। ਟੀਆਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿੱਥੇ ਕਈ ਟੀਆਰ ਨੂੰ ਪੀਆਰ ਕੀਤਾ ਗਿਆ ਹੈ। 1 ਲੱਖ ਤੋਂ ਵੱਧ ਟੀਆਰ ਨੂੰ ਕੈਨੇਡਾ ਵਿੱਚ ਪੀਆਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ। ਇਹ ਅੰਕੜਾ 1 ਸਾਲ ਬਾਰੇ ਜਾਰੀ ਕੀਤਾ ਗਿਆ, ਜਿਸ ਦੀ ਡੀਟੇਲ IRCC ਵੱਲੋਂ ਦਿੱਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਚੰਗੀ ਖਬਰ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਕਿੰਨੇ ਟੀਆਰ ਨੂੰ ਪੀਆਰ ਦਿੱਤੇ ਗਏ ਹਨ। ਸਾਲ 2022 ਦੌਰਾਨ 1,20,000 ਟੀਆਰ ਕੈਨੇਡਾ ਵਿੱਚ ਪੱਕੇ ਹੋਏ, ਜਿਸ ਬਾਰੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅੰਕੜਾ ਜਾਰੀ ਕੀਤਾ ਗਿਆ। ਉਨ੍ਹਾਂ ਵੱਲੋਂ ਜੋ ਅੰਕੜਾ ਸਾਂਝਾ ਕੀਤਾ ਗਿਆ, ਉਸ ਮੁਤਾਬਕ ਕੁੱਲ 1,24,950 ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਵਿੱਚ ਪੀਆਰ ਹਾਸਲ ਕਰ ਚੁੱਕੇ ਨੇ। ਇਹ ਅੰਕੜਾ ਉਨ੍ਹਾਂ ਬਾਰੇ ਜਾਰੀ ਕੀਤਾ ਗਿਆ ਜੋ ਕਿ ਸਟੱਡੀ ਪਰਮਿਟ, ਟੈਂਪਰੇਰੀ ਫੋਰਨ ਵਰਕ ਪ੍ਰੋਗਰਾਮ, ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਜ਼ਰੀਏ ਸਨ। ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਸਾਲ 97,665 ਲੋਕਾਂ ਨੂੰ ਪੀਆਰ ਦਿੱਤੀ ਗਈ। ਉਸ ਵੇਲੇ ਦੇ ਮੁਕਾਬਲੇ ਹੁਣ ਜ਼ਿਆਦਾ ਲੋਕ ਕੈਨੇਡਾ ਵਿੱਚ ਪੀਆਰ ਹੋਏ ਹਨ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਬਾਰੇ ਵੀ ਅੰਕੜਾ ਜਾਰੀ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ 52,725 ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰ ਪੀਆਰ ਹਾਸਲ ਕਰ ਚੁੱਕੇ ਨੇ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ 7,555 ਨੂੰ ਪੀਆਰ ਦਿੱਤੀ ਗਈ ਹੈ। ਸਟੱਡੀ ਪਰਮਿਟ ਦੇ ਬਾਰੇ ਜੋ ਪਤਾ ਚੱਲੇ, ਉਸ ਮੁਤਾਬਕ ਸਾਲ 2022 ਦੌਰਾਨ 19,730 ਨਵੇਂ ਸਟੱਡੀ ਪਰਮਿਟ ਹੋਲਡਰਾਂ ਨੂੰ ਪੀਆਰ ਮਿਲ ਚੁੱਕੀ ਹੈ। ਰਿਕਾਰਡ ਤੋੜ ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਪੱਕਾ ਕੀਤਾ ਗਿਆ। ਇਸ ਬਾਰੇ IRCC ਵੱਲੋਂ ਅੰਕੜਾ ਜਾਰੀ ਕੀਤਾ ਗਿਆ। ਅਜਿਹੀ ਸਥਿਤੀ ਨੋਵਾ ਸਕੋਸ਼ੀਆ ਸੂਬੇ ਵਿੱਚ ਵੀ ਦੇਖਣ ਨੂੰ ਮਿਲੀ, ਜਿੱਥੇ ਵੱਧ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਪੀਆਰ ਦਿੱਤੀ ਗਈ ਹੈ। ਪੀਆਰ ਦੇ ਅੰਕੜੇ ਵਧ ਰਹੇ ਨੇ, ਪਰ ਦੂਜੇ ਪਾਸੇ ਇੱਕ ਸਮੱਸਿਆ ਵੀ ਪੇਸ਼ ਆ ਰਹੀ ਹੈ, ਜਿਸ ਦਾ ਜ਼ਿਕਰ ਸੂਬੇ ਵੱਲੋਂ ਕੀਤਾ ਗਿਆ। ਨੋਵਾ ਸਕੋਸ਼ੀਆ ਸੂਬੇ ਵੱਲੋਂ ਵੱਧ ਇਮੀਗ੍ਰੈਂਟਸ ਨੂੰ ਪੀਆਰ ਦਿੱਤੀ ਗਈ ਹੈ। ਨੋਵਾ ਸਕੋਸ਼ੀਆ ਸੂਬੇ ਤੋਂ ਇਸ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਸੂਬੇ ਵਿੱਚ ਸਾਲ 2022 ਦੌਰਾਨ ਰਿਕਾਰਡ ਗਿਣਤੀ ਵਿੱਚ ਇਮੀਗ੍ਰੈਂਟਸ ਪੀਆਰ ਬਣੇ ਨੇ। ਪ੍ਰੋਵਿੰਸ ਦਾ ਸਾਲ 2060 ਤੱਕ 2 ਮਿਲੀਅਨ ਦੀ ਆਬਾਦੀ ਤੱਕ ਪਹੁੰਚਣ ਦਾ ਵੀ ਟਾਰਗੇਟ ਹੈ। ਜੀ ਹਾਂ, ਨੋਵਾ ਸਕੋਸ਼ੀਆ ਦੀਆਂ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਸੂਬੇ ਵਿੱਚ ਨਵੇਂ ਆਏ ਲੋਕਾਂ ਦੀ ਮਦਦ ਲਈ ਰਿਹਾਇਸ਼ ਨੂੰ ਲੈ ਕੇ ਕਾਫੀ ਫਿਕਰਮੰਦ ਹਨ, ਕਿਉਂਕਿ ਸੂਬੇ ਵਿੱਚ ਲਗਾਤਾਰ ਇਮੀਗ੍ਰੈਂਟਸ ਦੀ ਗਿਣਤੀ ਵਧ ਰਹੀ ਹੈ। ਲੇਬਰ ਐਂਡ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇਸ ਬਾਰੇ ਕਿਹਾ ਗਿਆ ਕਿ ਸਾਲ 2022 ਵਿੱਚ ਰਿਕਾਰਡ 12,650 ਲੋਕ ਨੋਵਾ ਸਕੋਸ਼ੀਆ ਵਿੱਚ ਪੀਆਰ ਹੋਏ ਨੇ, ਜੋ ਕਿ ਸਾਲ 2021 ਦੀ ਤੁਲਨਾ ਵਿੱਚ 38% ਦਾ ਵਾਧਾ ਹੈ। ਮਿਨਿਸਟਰ ਨੇ ਮੰਨਿਆ ਕਿ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਬਾਵਜੂਦ ਪ੍ਰੋਵਿੰਸ ਵਿੱਚ ਹਾਊਸਿੰਗ ਦੀ ਘਾਟ ਹੈ ਤੇ ਹੈਲਥ ਕੇਅਰ ਸਿਸਟਮ ਨੂੰ ਵੀ ਚੁਣੌਤੀਆਂ ਨੇ, ਪਰ ਉਨ੍ਹਾਂ ਕਿਹਾ ਕਿ ਹੁਨਰਮੰਦ ਕਾਮਿਆਂ ਦੀ ਭਰਤੀ ਅਤੇ ਵਿਦੇਸ਼ਾਂ ਤੋਂ ਹੈਲਥ ਪੇਸ਼ੇਵਰ ਬੁਲਾਉਣਾ ਇਹਨਾਂ ਚੁਣੌਤੀਆਂ ਵਾਸਤੇ ਨਜਿੱਠਣ ਵਿੱਚ ਮਦਦ ਕਰੇਗਾ। NDP ਲੀਡਰ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਨੂੰ ਇਹ ਅੰਕੜੇ ਵਧੀਆ ਲੱਗੇ, ਪਰ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਵੀ ਹੈ ਕਿ ਨੋਵਾ ਸਕੋਸ਼ੀਆ ਵਾਸੀਆਂ ਨੂੰ ਸੰਘਰਸ਼ ਕਰਨ ਵਾਸਤੇ ਛੱਡਿਆ ਜਾ ਰਿਹਾ ਹੈ। ਉਹ ਕਹਿੰਦੇ ਨੇ ਕਿ ਪ੍ਰੋਵਿੰਸ ਨੂੰ ਇੱਕ ਯੋਜਨਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਕਿ ਪ੍ਰਵਾਸੀ ਨੋਵਾ ਸਕੋਸ਼ੀਆ ਵਿੱਚ ਆਉਣ ਤੇ ਪ੍ਰਾਇਮਰੀ ਹੈਲਥ ਕੇਅਰ, ਸਕੂਲੀ ਸਿੱਖਿਆ, ਸਰਕਾਰੀ ਸਹਾਇਤਾ ਤੇ ਰਿਹਾਇਸ਼ ਤੱਕ ਕਿਵੇਂ ਪਹੁੰਚ ਸਕਦੇ ਨੇ। ਇਸ ਤੋਂ ਬਗੈਰ ਅਸੀਂ ਲੋਕਾਂ ਨਾਲ ਝੂਠਾ ਵਾਅਦਾ ਕਰ ਰਹੇ ਹਾਂ। ਲਿਬਰਲ ਲੀਡਰ ਨੇ ਕਿਹਾ ਕਿ ਸੂਬੇ ਦੀ ਆਬਾਦੀ ਦੇ ਵਾਧੇ ਦਾ ਪ੍ਰਬੰਧ ਕਰਨ ਵਾਸਤੇ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਉਹਨਾਂ ਵੱਲੋਂ ਅਪੀਲ ਕੀਤੀ ਗਈ। ਉਹ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਕਿ ਸਰਕਾਰ ਨੇ ਇਮੀਗ੍ਰੇਸ਼ਨ ਵਾਸਤੇ ਇੱਕ ਪ੍ਰਬੰਧਨਯੋਗ ਅਤੇ ਟਿਕਾਊ ਤਰੀਕੇ ਦੇ ਪਲਾਨ ਬਾਰੇ ਸੋਚਿਆ ਹੈ ਜੋ ਇਸ ਦੀ ਆਬਾਦੀ ਵਾਸਤੇ ਕੋਈ ਸਮੱਸਿਆ ਨਹੀਂ ਪੈਦਾ ਕਰੇਗਾ ਅਤੇ ਪ੍ਰੋਵਿੰਸ ਵਿੱਚ ਆਉਣ ਵਾਲੇ ਲੋਕਾਂ ਨੂੰ ਵਧਣ ਫੁੱਲਣ ਦੀ ਇਜਾਜ਼ਤ ਦੇਵੇਗਾ। ਇਹ ਪੁੱਛੇ ਜਾਣ ਤੇ ਕਿ ਨਵੇਂ ਲੋਕ ਇਸ ਸੂਬੇ ਵਿੱਚ ਹੈਲਥ ਕੇਅਰ ਅਤੇ ਹਾਊਸਿੰਗ ਤੱਕ ਕਿਵੇਂ ਪਹੁੰਚ ਸਕਣਗੇ, ਜਿੱਥੇ ਡਾਕਟਰਾਂ ਦੀ ਘਾਟ ਹੈ ਤੇ ਰਿਹਾਇਸ਼ੀ ਸੰਕਟ ਹੈ, ਇਸ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਇਹੀ ਲੋਕ ਹੱਲ ਦਾ ਹਿੱਸਾ ਹੋਣਗੇ। ਸੁਪਰ ਵੀਜ਼ਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਮੈਡੀਕਲ ਇੰਸ਼ੋਰੈਂਸ ਹੁਣ ਕਿਸ ਤਰ੍ਹਾਂ ਦਿੱਤੀ ਜਾਵੇਗੀ।
ਵਿਭਾਗ ਦਾ ਕਹਿਣਾ ਹੈ ਕਿ ਮੈਡੀਕਲ ਇੰਸ਼ੋਰੈਂਸ ਹੁਣ ਕਿਸ਼ਤਾਂ ਵਿੱਚ ਦਿੱਤੀ ਜਾ ਸਕਦੀ ਹੈ। IRCC ਵੱਲੋਂ ਇਸ ਬਾਰੇ ਲਗਾਤਾਰ ਵੈਬਸਾਈਟ ਦੇ ਉੱਪਰ ਵੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਸੁਪਰ ਵੀਜ਼ਾ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ IRCC ਵੱਲੋਂ ਸੁਪਰ ਵੀਜ਼ਾ ਅਰਜ਼ੀ ਦੇਣ ਵਾਲਿਆਂ ਨੂੰ ਰਾਹਤ ਦਿੱਤੀ ਗਈ ਹੈ। ਜੀ ਹਾਂ, IRCC ਵੱਲੋਂ ਇਸ ਗੱਲ ਨੂੰ ਲੈ ਕੇ ਮਾਨਤਾ ਦਿੱਤੀ ਜਾ ਰਹੀ ਹੈ ਕਿ ਸੁਪਰ ਵੀਜ਼ਾ ਐਪਲੀਕੈਂਟਸ ਹੁਣ ਆਪਣੀ ਮੈਡੀਕਲ ਇੰਸ਼ੋਰੈਂਸ ਨੂੰ ਮਹੀਨਾਵਾਰ ਕਿਸ਼ਤਾਂ ਵਿੱਚ ਦੇ ਸਕਦੇ ਨੇ। ਦੱਸ ਦਈਏ ਕਿ ਸੁਪਰ ਵੀਜ਼ਾ ਵਾਸਤੇ ਐਲੀਜੀਬਲ ਹੋਣ ਵਾਸਤੇ ਐਪਲੀਕੈਂਟ ਵਾਸਤੇ ਜ਼ਰੂਰੀ ਹੈ ਕਿ ਉਹ ਕੁਝ ਸ਼ਰਤਾਂ ਨੂੰ ਪੂਰਾ ਕਰਨ। ਇਹਨਾਂ ਸ਼ਰਤਾਂ ਦੀ ਜਾਣਕਾਰੀ IRCC ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਵੀ ਦਿੱਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਉਹਨਾਂ ਕੋਲ ਇੱਕ ਪ੍ਰਾਈਵੇਟ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜੋ ਕਿ ਐਪਲੀਕੈਂਟ ਦੀ ਹੈਲਥ ਕੇਅਰ, ਹਸਪਤਾਲ ਅਤੇ ਹੋਰ ਵੀ ਕਈ ਚੀਜ਼ਾਂ ਨੂੰ ਕਵਰ ਕਰੇ ਤੇ ਨਾਲ ਹੀ ਉਹਨਾਂ ਨੂੰ $1 ਲੱਖ ਦੀ ਐਮਰਜੈਂਸੀ ਕਵਰੇਜ ਮੁਹੱਈਆ ਕਰਵਾਵੇ। ਇਹ 1 ਸਾਲ ਤੱਕ ਵੈਲਿਡ ਹੋਣੀ ਚਾਹੀਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਸੁਪਰ ਵੀਜ਼ਾ ਵਾਸਤੇ ਆਖਿਰਕਾਰ ਕੌਣ ਐਲੀਜੀਬਲ ਹੁੰਦੇ ਨੇ। ਇਹ ਉਹਨਾਂ ਦੇ ਮਾਂ-ਬਾਪ ਹੋਣੇ ਚਾਹੀਦੇ ਨੇ ਜੋ ਕਿ ਕੈਨੇਡਾ ਵਿੱਚ ਸਿਟੀਜ਼ਨ ਜਾਂ ਫਿਰ PR ਹੋਣ। ਉਹਨਾਂ ਕੋਲ ਆਪਣੇ ਬੱਚੇ ਜਾਂ ਫਿਰ ਪੋਤਾ-ਪੋਤੀ ਦਾ ਇੱਕ ਅਜਿਹਾ ਪੱਤਰ ਹੋਣਾ ਚਾਹੀਦਾ ਹੈ ਜਿਸ ਦੇ ਉੱਪਰ ਦਸਤਖਤ ਕੀਤੇ ਗਏ ਹੋਣ। ਉਹਨਾਂ ਕੋਲ LICO ਦਾ ਇੱਕ ਡਾਕੂਮੈਂਟ ਹੋਣਾ ਜ਼ਰੂਰੀ ਹੈ ਤੇ ਨਾਲ ਹੀ ਮੈਡੀਕਲ ਇੰਸ਼ੋਰੈਂਸ ਕਵਰੇਜ ਦਾ ਪ੍ਰੂਫ ਹੋਣਾ ਵੀ ਲਾਜ਼ਮੀ ਹੈ। IRCC ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਹੁਣ ਸੁਪਰ ਵੀਜ਼ਾ ਵਾਲੇ ਐਪਲੀਕੈਂਟਸ ਨੇ ਉਹ ਕਿਸ਼ਤਾਂ ਦੇ ਵਿੱਚ ਆਪਣੀ ਮੈਡੀਕਲ ਇੰਸ਼ੋਰੈਂਸ ਦੇ ਸਕਦੇ ਨੇ। ਪਹਿਲਾਂ ਵੀ ਉਹਨਾਂ ਵੱਲੋਂ ਇਸ ਬਾਰੇ ਗੱਲ ਕਹੀ ਗਈ ਸੀ। ਇਸ ਹਫ਼ਤੇ ਕੈਨੇਡਾ ਦੇ ਬਾਰਡਰ ਨੇੜੇ ਇੱਕ ਸ਼ੱਕੀ ਗੁਬਾਰਾ ਦਿਖਾਈ ਦਿੱਤਾ, ਜਿਸ ਨੂੰ ਹੇਠਾਂ ਸੁੱਟ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਰੇ ਮੁੱਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਇਸ ਨੂੰ ਕਿਸ ਤਰ੍ਹਾਂ ਹੇਠਾਂ ਸੁੱਟਿਆ ਗਿਆ। ਕੈਨੇਡਾ ਦੇ ਆਸਮਾਨ ਵਿੱਚ ਜੋ ਸ਼ੱਕੀ ਗੁਬਾਰਾ ਨਜ਼ਰ ਆਇਆ, ਉਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਲਾਸੇ ਕੀਤੇ ਗਏ। ਪੂਰਾ ਆਪਰੇਸ਼ਨ ਕਿਸ ਤਰ੍ਹਾਂ ਚਲਾਇਆ ਗਿਆ ਤੇ ਪ੍ਰਧਾਨ ਮੰਤਰੀ ਨੇ ਕੀ ਕਮਾਂਡ ਦਿੱਤੀ ਹੈ, ਇਸ ਬਾਰੇ ਵੀ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। In terms of fighting climate change and supporting economic growth in the north, so that was great conversations to have with local leadership. Also spent a lot of good time yesterday with the Indigenous leaders, the First Nations leaders of the Council of Yukon First Nations. We were marking on 50 years, celebrating 50 years since a group of First Nations leaders went to Ottawa to deliver a vision for reconciliation, for self-government that was successful and has actually led the way over these past 50 years, not just here in Yukon, but around the country. And for them to have come see my father 50 years ago, for me to now come here to meet with them and celebrate was an important thing to be able to highlight the real work that's continuing. Obviously, right now, I just toured with some of the RCMP and Canadian Forces members who will be leading the recovery efforts on the ground for the unidentified object. As you know, the responsibility of the Canadian government and of NORAD is to ensure the safety of Canadians. And when these unidentified objects represent a threat to airline traffic, to civilian safety, we needed to take action, which we did. We did it in concert with our American partners under the command of NORAD, and that's what we're going to continue to do to ensure that Canadians are kept safe. The search and recovery efforts are underway right now, involving all the very best resources that the Canadian Forces and the RCMP and other partners have to put forward. And in that work, I have to highlight that the Premier and the territorial government, as well as Indigenous leaders responsible for the territories that this object might be in, have been tremendous partners. We're working closely with them as well to make sure that things are both done safely and appropriately. ਕੈਨੇਡਾ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਹੁਣ PR ਸਿਟੀਜ਼ਨਸ਼ਿਪ ਨਹੀਂ ਲੈ ਰਹੇ। ਬਹੁਤ ਸਾਰੇ ਲੋਕ ਕੈਨੇਡਾ ਦੀ PR ਤਾਂ ਲੈਣਾ ਚਾਹੁੰਦੇ ਨੇ, ਪਰ PR ਹੋ ਕੇ ਉਹ ਸਿਟੀਜ਼ਨਸ਼ਿਪ ਹਾਸਲ ਨਹੀਂ ਕਰ ਰਹੇ, ਜਿਸ ਬਾਰੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ। ਸਿਟੀਜ਼ਨਸ਼ਿਪ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ, ਜਿਸ ਤੋਂ ਪਤਾ ਚੱਲਿਆ ਹੈ ਕਿ ਕੈਨੇਡੀਅਨ ਨਾਗਰਿਕ ਬਣਨ ਵਾਲੀ PR ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਤੋਂ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਸਟੈਟਸ ਦੇ ਅੰਕੜਿਆਂ ਮੁਤਾਬਕ ਪਿਛਲੇ 20 ਸਾਲਾਂ ਦੌਰਾਨ ਕੈਨੇਡੀਅਨ ਨਾਗਰਿਕ ਬਣਨ ਵਾਲੇ PR ਰੈਜ਼ੀਡੈਂਟਸ ਦੀ ਗਿਣਤੀ ਘੱਟ ਹੋਈ ਹੈ।
ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਇਸ ਬਾਰੇ ਕਹਿਣਾ ਹੈ ਕਿ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਸਾਲ 2001 ਤੋਂ ਬਾਅਦ ਨਾਗਰਿਕਤਾ ਲੈਣ ਵਾਲਿਆਂ 'ਚੋਂ 40% ਦੀ ਗਿਰਾਵਟ ਦੱਸਦੇ ਨੇ। ਗਰੁੱਪ ਦੇ CEO ਦਾ ਕਹਿਣਾ ਹੈ ਕਿ ਇਸ ਗਿਰਾਵਟ ਨੂੰ ਚਿੰਤਾਜਨਕ ਦੱਸਿਆ ਜਾ ਰਿਹਾ ਹੈ ਕਿ ਇਹ ਅੰਕੜੇ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੇ ਨੇ। ਸਾਲ 2021 ਵਿੱਚ ਕੈਨੇਡਾ ਅੰਦਰ 10 ਸਾਲ ਤੋਂ ਘੱਟ ਸਮੇਂ ਰਹਿਣ ਵਾਲੇ PR ਵਿੱਚੋਂ ਲਗਭਗ 45.7% ਨਾਗਰਿਕ ਬਣੇ, ਜਦਕਿ ਸਾਲ 2016 ਵਿੱਚ ਇਹ 60% ਸੀ ਤੇ ਸਾਲ 2001 ਵਿੱਚ ਇਹ ਗਿਣਤੀ 75.1 ਦਰਜ ਕੀਤੀ ਗਈ। ਡਾਟਾ ਨੇ ਗਿਰਾਵਟ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ, ਪਰ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਰਹਿਣ ਸਹਿਣ ਦੀ ਲਾਗਤ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਵਿੱਚ ਗਿਰਾਵਟ ਦੇ ਸੰਭਾਵਿਤ ਕਾਰਨ ਹਨ। CEO ਨੇ ਕਿਹਾ ਕਿ ਅਦਾਰਾ ਮੂਲ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਕਹਿੰਦੇ ਨੇ ਕਿ ਕਾਰਨ ਕੋਈ ਵੀ ਹੋ ਸਕਦੇ ਨੇ, ਪਰ ਆਖਿਰ ਜੋ ਬਦਲ ਰਿਹਾ ਹੈ ਉਹ ਇਹ ਹੈ ਕਿ ਲੋਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਹੁਣ ਟੀਮ ਕੈਨੇਡਾ ਦਾ ਹਿੱਸਾ ਬਣਨ ਵਿੱਚ ਘੱਟ ਦਿਲਚਸਪੀ ਹੈ। ਡੈਨੀਅਲ ਕਹਿੰਦੇ ਨੇ ਕਿ ਇਹ ਨਿਗਾਰ ਕੈਨੇਡਾ ਦੀ ਆਰਥਿਕ ਅਤੇ ਸਮਾਜਿਕ ਦਿੱਖ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਵਾਸਤੇ ਇੱਕ ਸਮੱਸਿਆ ਹੈ ਜੋ ਕੈਨੇਡਾ ਦੇ ਭਵਿੱਖ ਦੀ ਖੁਸ਼ਹਾਲੀ ਅਤੇ ਗਤੀਸ਼ੀਲਤਾ ਦੀ ਪ੍ਰਵਾਹ ਕਰਦੇ ਹਨ। ਸਾਨੂੰ ਆਪਣੇ ਦੇਸ਼ ਦੇ ਭਵਿੱਖ ਵਾਸਤੇ ਇਸ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਦੱਸ ਦਈਏ ਕਿ ਫੈਡਰਲ ਸਰਕਾਰ ਦਾ ਇਸ ਸਭ ਬਾਰੇ ਕਹਿਣਾ ਹੈ ਕਿ ਉਹ ਅਗਲੇ 3 ਸਾਲਾਂ ਵਿੱਚ ਕੈਨੇਡਾ ਅੰਦਰ 1.45 ਮਿਲੀਅਨ PR ਨੂੰ ਸ਼ਾਮਿਲ ਕਰਕੇ ਇਮੀਗ੍ਰੇਸ਼ਨ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ। ਸਾਲ 2023 ਵਾਸਤੇ ਸਰਕਾਰ ਦਾ 4 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡੀਅਨ PR ਦੇਣ ਦਾ ਟਾਰਗੇਟ ਹੈ, ਜੋ ਸਾਲ 2025 ਤੱਕ 5 ਲੱਖ ਪ੍ਰਵਾਸੀ ਕਰਨ ਦੀ ਯੋਜਨਾ ਹੈ। ਘਰਾਂ ਦੀ ਸੇਲ ਇੱਕ ਵਾਰ ਫਿਰ ਤੋਂ ਹੇਠ ਆਈ ਹੈ। ਘਰਾਂ ਦੀਆਂ ਕੀਮਤਾਂ ਘੱਟ ਹੋਈਆਂ, ਪਰ ਘਰ ਖਰੀਦਣ ਵਾਲੇ ਅਜੇ ਵੀ ਨਹੀਂ ਮਿਲ ਰਹੇ। ਇਸ ਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਨੇ। ਸਭ ਤੋਂ ਵੱਡਾ ਕਾਰਨ ਹੈ ਜੋ ਵਿਆਜ ਦਰਾਂ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ, ਜਿਸ ਦਾ ਅਸਰ ਇੱਕ ਵਾਰ ਫਿਰ ਤੋਂ ਹਾਊਸਿੰਗ ਮਾਰਕੀਟ ਦੇ ਉੱਪਰ ਦੇਖਣ ਨੂੰ ਮਿਲਿਆ। ਮੌਜੂਦਾ ਸਮੇਂ ਘਰਾਂ ਦੀਆਂ ਕੀਮਤਾਂ ਤਾਂ ਕਾਫੀ ਹੇਠਾਂ ਨੇ, ਪਰ ਘਰ ਖਰੀਦਣ ਵਾਲੇ ਨਹੀਂ ਮਿਲ ਰਹੇ। ਘਰਾਂ ਦੀ ਸੇਲ ਬਾਰੇ ਜਨਵਰੀ ਮਹੀਨਾ ਤਾਂ ਸਭ ਤੋਂ ਖਰਾਬ ਸਾਬਿਤ ਹੋਇਆ। ਸਾਲ 2019 ਦੇ ਮੁਕਾਬਲੇ ਘਰਾਂ ਦੀ ਵਿਕਰੀ ਦੇ ਹਿਸਾਬ ਨਾਲ ਜਨਵਰੀ ਸਭ ਤੋਂ ਖਰਾਬ ਮਹੀਨਾ ਦਰਜ ਕੀਤਾ ਗਿਆ। ਮਹੀਨਾਵਾਰ ਪੱਧਰ ਤੇ ਵੀ ਸੇਲ ਕਾਫੀ ਘੱਟ ਦਰਜ ਕੀਤੀ ਗਈ। ਜੀ ਹਾਂ, ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵੱਲੋਂ ਅੰਕੜੇ ਜਾਰੀ ਕਰਦਿਆਂ ਕਿਹਾ ਗਿਆ ਕਿ ਜਨਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਦੀ ਤੁਲਨਾ ਵਿੱਚ 37.1% ਹੇਠ ਆਈ। ਸਾਲ 2019 ਤੋਂ ਬਾਅਦ ਜਨਵਰੀ ਮਹੀਨੇ ਵਿੱਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਜਦੋਂ ਸੇਲ ਕਾਫੀ ਘਟ ਗਈ ਹੈ। ਮਹੀਨਾਵਾਰ ਆਧਾਰ ਤੇ ਜਨਵਰੀ ਵਿੱਚ ਘਰਾਂ ਦੀ ਸੇਲ ਕਾਫੀ ਹੇਠਾਂ ਆਈ। ਦਸੰਬਰ ਮਹੀਨੇ ਦੀ ਤੁਲਨਾ ਵਿੱਚ ਜਨਵਰੀ ਦੌਰਾਨ ਘਰਾਂ ਦੀ ਵਿਕਰੀ 3% ਘੱਟ ਦੱਸੀ ਗਈ। ਮਹੀਨਾਵਾਰ ਪੱਧਰ ਤੇ ਓਨਟਾਰੀਓ ਦੇ ਹੈਮਿਲਟਨ ਅਤੇ ਕਿਊਬੈਕ ਸਿਟੀ ਵਿੱਚ ਘਰਾਂ ਦੀ ਸੇਲ ਵੱਧ ਦਰਜ ਕੀਤੀ ਗਈ, ਪਰ ਗ੍ਰੇਟਰ ਵੈਨਕੂਵਰ, ਵਿਕਟੋਰੀਆ, ਮੌਂਟਰੀਅਲ, ਐਡਮਿੰਟਨ ਤੇ ਵੈਨਕੂਵਰ ਆਈਲੈਂਡ ਦੇ ਵਿੱਚ ਸੇਲ ਕਾਫੀ ਘੱਟ ਹੋਈ ਹੈ। ਕੈਨੇਡਾ ਅੰਦਰ ਪਿਛਲੇ ਸਾਲ ਮਾਰਗੇਜ ਦਰਾਂ ਅੰਦਰ ਵਾਧਾ ਕੀਤਾ ਗਿਆ। ਹਾਊਸਿੰਗ ਮਾਰਕੀਟ ਦੇ ਉੱਪਰ ਇਸ ਦਾ ਸਿੱਧਾ ਅਸਰ ਦਿਖਾਈ ਦਿੱਤਾ। ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦਾ ਇਸ ਬਾਰੇ ਕਹਿਣਾ ਹੈ ਕਿ ਜਨਵਰੀ ਵਿੱਚ ਸੇਲ ਲਈ ਲੱਗੇ ਮਕਾਨਾਂ ਦੀ ਗਿਣਤੀ ਪਿਛਲੇ ਮਹੀਨੇ ਨਾਲੋਂ 3.3% ਵੱਧ ਸੀ। ਐਸੋਸੀਏਸ਼ਨ ਨੇ ਕਿਹਾ ਕਿ ਵਾਧੇ ਦੇ ਬਾਵਜੂਦ ਨਵੀਆਂ ਲਿਸਟਿੰਗ ਰਿਕਾਰਡ ਹੇਠਲੇ ਪੱਧਰ ਤੇ ਰਹੀਆਂ ਤੇ ਜਨਵਰੀ ਮਹੀਨੇ ਵਿੱਚ ਵਿਕਣ ਲਈ ਜੋ ਮਕਾਨ ਲਗਾਏ ਗਏ ਉਹਨਾਂ ਦੀ ਲਿਸਟਿੰਗ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਦਰਜ ਕੀਤੀ ਗਈ। ਅਸਲ ਔਸਤ ਘਰਾਂ ਦੀ ਕੀਮਤ ਜਨਵਰੀ ਵਿੱਚ 6,12,204 ਸੀ, ਜੋ ਕਿ ਜਨਵਰੀ 2022 ਦੀ ਤੁਲਨਾ ਵਿੱਚ 18.3% ਘੱਟ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬਣ ਨਾਲ ਵੱਡਾ ਧੋਖਾ, ਛੱਡਣਾ ਪਵੇਗਾ ਕੈਨੇਡਾ, ਜਾਲੀ ਐਡਮਿਸ਼ਨ ਲੈਟਰ ਦੇਣ ਦਾ ਹੈ ਮਾਮਲਾ। ਕੈਨੇਡਾ ਵੱਲੋਂ ਵੱਧ ਭਾਰਤੀਆਂ ਨੂੰ PR ਜਾਰੀ, ਭਾਰਤੀਆਂ ਨੇ ਤੋੜੇ ਇਮੀਗ੍ਰੇਸ਼ਨ ਦੇ ਰਿਕਾਰਡ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਟੁੱਟਾ ਰਿਕਾਰਡ, 5 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਕੀਤਾ ਗਿਆ ਸਵਾਗਤ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀਆਂ ਦਾ ਖੁੱਲ੍ਹਾ ਰਾਹ, ਹੁਣ ਮਿਲ ਰਹੀਆਂ ਨੇ ਵੱਧ ਨੌਕਰੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।